Good afternoon, students. Today our topic is treatment of goodwill. After calculating the gaining or sacrificing ratio, next is the treatment of goodwill. ਹੁਣ ਰਿਟਾਇਰਮੈਂਟ ਦੇ ਵਿੱਚ ਦੇਖੋ ਆਪਾਂ ਗੁੱਡਵਿਲ ਨੂੰ ਕਿੱਦਾਂ ਟਰੀਟ ਕਰਦੇ ਆ ਕਿ ਜਿਹੜਾ ਵੀ ਰਿਟਾਇਰਿੰਗ ਪਾਰਟਨਰ ਆ ਉਹ ਆਪਣਾ ਸ਼ੇਅਰ ਆਫ ਗੁੱਡਵਿਲ ਜਿਹੜਾ ਆ ਲੈ ਕੇ ਜਾਂਦਾ ਆ ਤੇ ਜਿਹੜੇ ਰਿਮੇਨਿੰਗ ਪਾਰਟਨਰਸ ਨੇ ਉਹ ਆਪਣੀ ਗੇਨਿੰਗ ਰੇਸ਼ੋ ਦੇ ਵਿੱਚ ਰਿਟਾਇਰਿੰਗ ਪਾਰਟਨਰ ਨੂੰ ਕੰਪਨਸੇਟ ਕਰਦੇ ਆ So when an existing partner of a firm decides to retire from the business, the continuing partners will gain in the future profits. The continuing partner who gains by acquiring an additional right to share future profit must compensate the retiring partner who sacrifices his right to share future profit. Means ਜਿਹੜੇ remaining partners ਨੇ ਉਹ ਆਪਣੀ gaining ratio ਦੇ ਵਿੱਚ ਜਿਹੜਾ retiring partner ਆ ਉਹਨੂੰ pay ਕਰਦੇ ਆ. So as per the accounting standard 10. Goodwill is recorded in the books only when some consideration in money is paid for it. ਤੇ ਗੁੱਡਵਿਲ ਆਪਾਂ ਬੁੱਕਸ ਵਿੱਚ ਉਹਦੇ ਰਿਕਾਰਡ ਕਰਾਂਗੇ ਜਦੋਂ ਉਹ ਕਿਸੇ ਮਨੀ ਵੈਲਿਊ ਫਾਰਮ ਦੇ ਵਿੱਚ ਪੇਡ ਆਊਟ ਹੋਈ ਆ ਸੋ ਗੁੱਡਵਿਲ ਕੈਨ ਬੀ ਰਿਕਾਰਡਡ ਓਨਲੀ ਵੈਨ ਇਟ ਇਜ਼ ਪਰਚੇਜ਼ਡ goodwill can't be raised in the books, therefore goodwill is to be adjusted through the partner's capital account on retirement ਦੇ ਕੇਸ ਦੇ ਵਿੱਚ ਆਪਾਂ ਗੁੱਡਵਿਲ ਨੂੰ ਰੇਜ਼ ਨਹੀਂ ਕਰ ਪਾਵਾਂਗੇ ਸੋ ਇਸ ਕਰਕੇ ਜਿਹੜਾ ਉਹਦਾ ਐਡਜਸਟਮੈਂਟ ਆ ਉਹ ਪਾਰਟਨਰਸ ਕੈਪੀਟਲ ਅਕਾਊਂਟ ਦੇ ਥਰੂ ਹੀ ਹੁੰਦਾ ਆ ਹੁਣ ਇਹਦੀ ਦੇਖੋ ਐਂਟਰੀ ਕੀ ਆ ਇਟ ਇਜ਼ ਐਡਜਸਟਡ ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਦਾ ਡੈਬਿਟ ਕਰੋਗੇ ਤੁਸੀਂ ਐਂਡ ਰਿਟਾਇਰਿੰਗ ਪਾਰਟਨਰ ਤੇ ਸੈਕਰੀਫਾਈਸਿੰਗ ਪਾਰਟਨਰ ਇਨ ਕੇਸ ਜੇ ਕੋਈ ਹੋਏਗਾ ਉਹਦਾ ਅਕਾਊਂਟ ਕੀ ਕਰੋਗੇ ਕ੍ਰੈਡਿਟ ਸੋ ਐਂਟਰੀ ਤੁਸੀਂ ਦੇਖ ਸਕਦੇ ਹੋ ਰਿਮੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਰਿਟਾਇਰਿੰਗ ਪਾਰਟਨਰਸ ਕੈਪੀਟਲ ਅਕਾਊਂਟ ਠੀਕ ਆ ਜੀ ਅਗਰ ਕਿਸੇ ਕੇਸ ਦੇ ਵਿੱਚ ਕੋਈ ਸੈਕਰੀਫਾਈਸਿੰਗ ਪਾਰਟਨਰ ਵੀ ਹੁੰਦਾ ਆ ਦੈਨ ਉਹਦਾ ਅਕਾਊਂਟ ਵੀ ਤੁਸੀਂ ਕ੍ਰੈਡਿਟ ਕਰੋਗੇ ਐਗਜ਼ਾਮਪਲ ਦੇਖਦੇ ਆ ਏ ਬੀ ਐਂਡ ਸੀ ਆਰ ਪਾਰਟਨਰਸ ਇਨ ਅ ਫਰਮ ਸ਼ੇਅਰਿੰਗ ਪ੍ਰੋਫਿਟ ਇਨ ਦਾ ਰੇਸ਼ੋ 5:3 ਤੁਹਾਨੂੰ ਰੇਸ਼ੋ ਦਿੱਤਾ 5:3 ਏ ਰਿਟਾਇਰ ਹੋ ਗਿਆ ਆ ਪੂਰੇ ਫਰਮ ਦੀ ਗੁੱਡਵਿਲ ਗਿਵਨ ਆ 1,20,000 ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆਫ ਦਾ ਕੰਟੀਨਿਊਇੰਗ ਪਾਰਟਨਰ ਵਿਲ ਬੀ ਇਕੁਅਲ ਨਿਊ ਰੇਸ਼ੋ ਵੀ ਦਿੱਤਾ ਓਲਡ ਰੇਸ਼ੋ ਵੀ ਦਿੱਤਾ ਆ ਐਂਡ ਫਰਮ ਦੀ ਗੁੱਡਵਿਲ ਵੀ ਦਿੱਤੀ ਆ ਸੋ ਪਹਿਲਾਂ ਤੁਸੀਂ ਉਹ ਜਿਹੜਾ ਕਿ ਓਲਡ ਤੇ ਨਿਊ ਰੇਸ਼ੋ ਦੇ ਬੇਸ ਤੇ ਕੀ ਕਰੋਗੇ ਗੇਨਿੰਗ ਰੇਸ਼ੋ ਫਾਈਂਡ ਆਊਟ ਕਰ ਲੋਗੇ ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ ਕਰਕੇ ਗੇਨਿੰਗ ਰੇਸ਼ੋ ਫਾਈਂਡ ਕਰ ਲਿਆ ਬੀ ਦਾ ਗੇਨਿੰਗ ਆਇਆ 2/10 ਸੀ ਦਾ ਗੇਨਿੰਗ ਆਇਆ 3/10 ਗੇਨਿੰਗ ਰੇਸ਼ੋ ਹੋ ਗਿਆ 2:3 ਪੂਰੇ ਫਰਮ ਦੀ ਗੁੱਡਵਿਲ ਹੈਗੀ ਆ 1,20,000 ਉਹਦੇ ਵਿੱਚੋਂ ਏ ਰਿਟਾਇਰ ਹੋਇਆ ਸੋ ਏ ਦਾ ਸ਼ੇਅਰ ਕਿੰਨਾ ਹੋਏਗਾ 5/10 ਸੋ 60,000 ਏ ਦਾ ਸ਼ੇਅਰ ਆ ਗਿਆ ਨਾਓ ਇਹਦੀ ਜਨਰਲ ਐਂਟਰੀ ਕਿੱਦਾਂ ਪਾਸ ਕਰਾਂਗੇ ਕਿਉਂਕਿ ਗੇਨਿੰਗ ਪਾਰਟਨਰ ਬੀ ਤੇ ਸੀ ਨੇ B's capital account debit, C's capital account debit to A's capital account. So 60,000 ਉਹਨਾਂ ਨੇ ਪੇ ਕਰਨਾ ਆ B ਤੇ C ਆਪਣੀ ਗੇਨਿੰਗ ਰੇਸ਼ੋ ਦੇ ਵਿੱਚ ਜਿਹੜੀ ਕਿ 2:3 ਆ ਉਸ ਰੇਸ਼ੋ ਦੇ ਵਿੱਚ A ਨੂੰ 60,000 ਪੇ ਕਰਨਗੇ ਸੋ ਦਿਸ ਇਜ਼ ਹਾਊ ਯੂ ਹੈਵ ਟੂ ਟਰੀਟ ਦ ਰਿਟਾਇਰਿੰਗ ਪਾਰਟਨਰ ਕੈਪੀਟਲ ਅਕਾਊਂਟ ਨੈਕਸਟ ਇਫ ਦਾ ਸ਼ੇਅਰ ਆਫ ਕੰਟੀਨਿਊਇੰਗ ਪਾਰਟਨਰ ਬਿਕਮਸ ਲੈਸਰ ਸੈਕਰੀਫਾਈਸ ਆਫਟਰ ਰਿਟਾਇਰਮੈਂਟ ਹੁਣ ਕਈ ਵਾਰੀ ਕੀ ਆ ਕਿ ਕਿਸੇ ਇੱਕ ਪਾਰਟਨਰ ਨੂੰ ਸੈਕਰੀਫਾਈਸ ਵੀ ਹੋ ਸਕਦਾ ਆ ਸੋ ਦੇਖੋ ਉਹਦੀ ਐਂਟਰੀ ਕੀ ਹੈ ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਰਿਟਾਇਰਿੰਗ ਪਾਰਟਨਰ ਕੈਪੀਟਲ ਅਕਾਊਂਟ ਇਹ ਐਂਟਰੀ ਤੁਸੀਂ ਪਹਿਲਾਂ ਵੀ ਕਰਨੀ ਆ ਜਿਹੜਾ ਹੁਣ ਲਾਸਟ ਐਗਜ਼ਾਮਪਲ ਕੀਤਾ ਆ ਬਟ ਇਹਦੇ 'ਚ ਪਲੱਸ ਕੀ ਆ ਜਾਏਗਾ ਕਿ ਸੈਕਰੀਫਾਈਸਿੰਗ ਪਾਰਟਨਰ ਕੈਪੀਟਲ ਅਕਾਊਂਟ ਵੀ ਕ੍ਰੈਡਿਟ ਹੋ ਜਾਏਗਾ ਕਿਉਂਕਿ ਅਗਰ ਕਿਸੇ ਇੱਕ ਪਾਰਟਨਰ ਨੂੰ ਸੈਕਰੀਫਾਈਸ ਹੋ ਰਿਹਾ ਆ ਤੇ ਉਹਨੂੰ ਵੀ ਆਪਾਂ ਕ੍ਰੈਡਿਟ ਕਰਾਂਗੇ ਐਗਜ਼ਾਮਪਲ ਦੇਖਦੇ ਹਾਂ A, B and C are partners. Ratio is 3:1. B retired from the firm. After B retirement, A and C decide to share profit in the ratio 1:2. So A ਤੇ C ਦੀ ratio ਵੀ ਦਿੱਤੀ ਹੋਈ ਹੈ 1:2 and suppose the goodwill of the entire firm to be valued at 48,000. ਪੂਰੇ firm ਦੀ goodwill ਦਿੱਤੀ ਹੈ 48,000. New ratio minus old ratio ਜਦੋਂ ਆਪਾਂ ਕੀਤਾ ਤੇ A ਨੂੰ sacrifice ਹੋਇਆ -1/6 C ਨੂੰ gain ਹੋਇਆ 3/6 ਐਂਡ ਜਿਹੜਾ ਕਿ ਪਾਰਟਨਰ ਬੀ ਰਿਟਾਇਰ ਹੋ ਰਿਹਾ ਆ ਉਹਦਾ ਸ਼ੇਅਰ ਕਿੰਨਾ ਆ 2/6 ਜਦੋਂ ਇਹ ਆਪਾਂ ਐਂਟਰੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਸ਼ੇਅਰ ਫਾਈਂਡ ਆਊਟ ਕਰ ਲਓ ਪੂਰੇ ਫਰਮ ਦੀ ਗੁੱਡਵਿਲ 48,000 ਆ ਉਹਦੇ ਵਿੱਚ ਏ ਨੂੰ ਕਿੰਨਾ ਗੇਨ ਆਪਣਾ ਸੈਕਰੀਫਾਈਸ ਹੋ ਰਿਹਾ 1/6 ਸੋ 48,000 ਦਾ 1/6 ਕੱਢ ਲਓ ਦੈਨ ਬੀ ਦਾ ਸ਼ੇਅਰ ਕੱਢ ਲਓ 48,000 ਵਿੱਚ ਕਿੰਨਾ ਆਏਗਾ 2/6 ਐਂਡ ਦੈਨ ਸੀ ਦਾ ਗੇਨ ਕੈਲਕੂਲੇਟ ਕਰ ਲਓ ਸੋ ਦਿਸ ਇਜ਼ ਦਾ ਕੈਲਕੂਲੇਸ਼ਨ ਪੂਰੇ ਫਰਮ ਦੀ ਗੁੱਡਵਿਲ ਆ ਪਹਿਲਾਂ ਬੀ ਦਾ ਸ਼ੇਅਰ ਕੱਢਿਆ 16,000 ਦੈਨ ਏ ਦਾ ਕੰਪਨਸੇਸ਼ਨ ਕਿੰਨਾ ਹੋਏਗਾ ਏ ਨੂੰ ਕਿੰਨਾ ਸੈਕਰੀਫਾਈਸ ਹੋਇਆ 1/6 ਉਹ ਕੈਲਕੂਲੇਟ ਕਰ ਲਿਆ ਠੀਕ ਆ ਐਂਡ ਸੀ ਨੂੰ ਕਿੰਨਾ ਗੇਨ ਹੋਇਆ ਉਹ ਵੀ ਕੈਲਕੂਲੇਟ ਕਰ ਲਿਆ ਦੈਨ ਇਹਦੀ ਜਿਹੜੀ ਐਂਟਰੀ ਆ ਉਹ ਆਪਾਂ ਕਿੱਦਾਂ ਕਰਾਂਗੇ ਸੀਜ਼ ਕੈਪੀਟਲ ਅਕਾਊਂਟ ਡੈਬਿਟ ਟੂ ਰਿਟਾਇਰਿੰਗ ਪਾਰਟਨਰ ਟੂ ਸੈਕਰੀਫਾਈਸਿੰਗ ਪਾਰਟਨਰ ਕੈਪੀਟਲ ਅਕਾਊਂਟ ਸੋ ਦਿਸ ਇਜ਼ ਦਾ ਐਡਜਸਟਮੈਂਟ ਆਫ ਗੁੱਡਵਿਲ ਇਨ ਕੇਸ ਆਫ ਦੀ ਰਿਟਾਇਰਮੈਂਟ ਜਦੋਂ ਇੱਕ ਪਾਰਟਨਰ ਨੂੰ ਗੇਨ ਹੋ ਰਿਹਾ ਤੇ ਇੱਕ ਪਾਰਟਨਰ ਨੂੰ ਸੈਕਰੀਫਾਈਸ ਹੋ ਰਿਹਾ ਆ
ਸਮਟਾਈਮਸ ਗੁੱਡਵਿਲ ਆਲਰੇਡੀ ਅਪੀਅਰਸ ਇਨ ਦਾ ਬੁੱਕਸ ਆਫ ਦੀ ਫਰਮ ਐਟ ਦੀ ਟਾਈਮ ਆਫ ਰਿਟਾਇਰਮੈਂਟ। ਦੇਖੋ ਇਹ ਕੇਸ ਬਿਲਕੁਲ ਐਡਮਿਸ਼ਨ ਵਿੱਚ ਵੀ ਸੀਗਾ, ਸਿੰਪਲ ਆ। ਜਦੋਂ ਗੁੱਡਵਿਲ ਆਲਰੇਡੀ ਅਪੀਅਰਸ ਲਿਖਿਆ ਹੋਵੇ ਜਾਂ ਆਲਰੇਡੀ ਐਗਜ਼ਿਸਟ ਲਿਖਿਆ ਹੋਏ ਤੇ ਉਹਦੀ ਜਨਰਲ ਐਂਟਰੀ ਜਿੱਦਾਂ ਉਸ ਚੈਪਟਰ 'ਚ ਕਰਦੇ ਸੀ ਉੱਦਾਂ ਹੀ ਇਸ ਚੈਪਟਰ 'ਚ ਕਰਨਾ ਆ। ਆਲ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਗੁੱਡਵਿਲ ਅਕਾਊਂਟ, ਐਂਡ ਇਹਦੇ ਵਿੱਚ ਆਪਾਂ ਓਲਡ ਰੇਸ਼ੋ ਹੀ ਯੂਜ਼ ਕਰਾਂਗੇ। ਸੋ ਰਾਈਟ ਆਫ ਕਰਨ ਦਾ ਜਿਹੜਾ ਸੇਮ ਮੈਥਡ ਆ। Example you can see, Anthony, Baise and Slayment are partners. Ratio is 3:1. Baise retires from the firm on which there appears a goodwill in the books at 90,000. ठीक है जी, 90,000 already goodwill appeared है, so इनू आप write off करांगे in the old ratio 3:1. Then firm the goodwill at 2,40,000 at the time of retirement. A and C decide to share future profit in the same relevant proportion as before. Means ਉਹਨਾਂ ਦਾ ਜਿਹੜਾ ਰੇਸ਼ੋ ਆ ਹੁਣ ਬਾਇਸ ਰਿਟਾਇਰ ਹੋ ਰਿਹਾ ਆ ਤੇ A ਤੇ C ਦਾ ਰਿਲੇਸ਼ਨ ਜਿਹੜਾ ਰੇਸ਼ੋ ਕੀ ਰਹਿ ਜਾਏਗਾ 3:1. ਸੋ 3:1 is the gaining ratio and 3:1 is also the new ratio. First of all you will write the existing goodwill, then you will pass on the retiring partner goodwill entry. ਸੋ ਫਸਟ ਐਂਟਰੀ ਕੀ ਹੈ, ਓਲਡ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਗੁੱਡਵਿਲ ਅਕਾਊਂਟ ਓਲਡ ਰੇਸ਼ੋ ਦੇ ਵਿੱਚ ਆਪਾਂ ਰਾਈਟ ਆਫ ਕਰਤੀ, ਐਂਡ ਸੈਕੰਡ ਇਜ਼ ਗੇਨਿੰਗ ਪਾਰਟਨਰ ਕੈਪੀਟਲ ਅਕਾਊਂਟ ਡੈਬਿਟ ਟੂ ਦੀ ਟੂ ਦੀ ਰਿਟਾਇਰਿੰਗ ਪਾਰਟਨਰ ਕੈਪੀਟਲ ਅਕਾਊਂਟ. So if there is any type of confusion to anyone, you can ask me. So ਅੱਜ ਤੁਸੀਂ ਜਿਹੜੇ ਵੀ examples ਨੇ ਇਹਨੂੰ study ਕਰਨਾ, thoroughly study ਕਰਨਾ ਹੈ, and then in tomorrow's lecture I will send you the similar questions related to this topic, treatment of goodwill.